ਓਮ ਸ਼ਾਂਤੀ। ਅੱਜ 5/5/2023 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਤੁਸੀਂ ਰੂਪ ਬਸੰਤ ਹੋ। ਤੁਹਾਨੂੰ ਬਾਪ ਦੀ ਯਾਦ ਵਿੱਚ ਰਹਿਣਾ ਹੈ ਅਤੇ ਗਿਆਨ ਰਤਨਾਂ ਦਾ ਬੀਜ ਵੀ ਬੋਣਾ ਹੈ। ਭਾਰਤ ਦਾ ਸ਼ਿੰਗਾਰ ਵੀ ਕਰਨਾ ਹੈ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਤੁਸੀਂ ਬੱਚੇ ਕਲਯੁਗੀ ਗਵਰਧਨ ਪਰਬਤ ਨੂੰ ਉਠਾਉਣ ਦੇ ਲਈ ਕਿਹੜੀ ਉਂਗਲੀ ਦਿੰਦੇ ਹੋ? ਅੱਜ ਬਾਬਾ ਦਾ ਉੱਤਰ ਹੈ, ਪਵਿੱਤਰਤਾ ਦੀ। ਪਵਿੱਤਰਤਾ ਦੀ ਪ੍ਰਤਿੱਗਿਆ ਕਰਨਾ ਹੀ ਜਿਵੇਂ ਉਂਗਲੀ ਦੇਣਾ ਹੈ। ਪਵਿੱਤਰਤਾ ਨਹੀਂ ਹੈ ਤਾਂ ਭਾਰਤ ਦਾ ਹਾਲ ਕੀ ਹੋ ਚੁੱਕਿਆ ਹੈ। ਪਵਿੱਤਰਤਾ ਹੈ ਤਾਂ ਪੀਸ ਪ੍ਰੋਸਪਰਿਟੀ ਸਭ ਹੈ। ਇਸ ਲਈ ਸ਼੍ਰੀਮਤ ਤੇ ਅੱਗ ਅਤੇ ਕਪੂਸ ਇਕੱਠੇ ਰਹਿੰਦੇ ਵੀ ਪਵਿੱਤਰ ਬਣਨਾ ਹੈ। ਪ੍ਰਵਿਰਤੀ ਵਿੱਚ ਰਹਿੰਦੇ ਪਵਿੱਤਰ ਬਣਨਾ ਹੈ। ਘਰ-ਬਾਰ ਦਾ ਸੰਨਿਆਸ ਨਹੀਂ ਕਰਨਾ ਹੈ। ਗੀਤ ਹੈ, ਆਣੇ ਵਾਲੇ ਕਲ ਦੀ ਤੁਮ ਤਕਦੀਰ ਹੋ। ਓਮ ਸ਼ਾਂਤੀ। ਮਾਤਾओं ने सब ਸਜਣੀਆਂ ਨੇ ਇਹ ਗੀਤ ਸੁਣਿਆ। ਬੱਚੇ ਜਾਣਦੇ ਹੈ ਇਸ ਭਾਰਤ ਦੀ ਤਕਦੀਰ ਵਿੱਚ ਲਕੀਰ ਲੱਗੀ ਹੋਈ ਹੈ। ਕਿਸ ਦੁਆਰਾ ਲਕੀਰ ਲੱਗੀ ਹੈ? 5 ਵਿਕਾਰਾਂ ਰੂਪੀ ਰਾਵਣ ਦੁਆਰਾ। ਹੁਣ ਫਿਰ ਤੁਸੀਂ ਬੱਚੇ ਭਾਰਤ ਦੀ ਤਕਦੀਰ ਬਣਾ ਰਹੇ ਹੋ। ਤੁਸੀਂ ਹੋ ਸ਼ਿਵ ਸ਼ਕਤੀ ਮਾਤਾਵਾਂ। ਜਦੋਂ ਗਿਆਨ ਸਾਗਰ ਆਉਂਦੇ ਹੈ ਤਾਂ ਮਾਤਾ ਦੇ ਉੱਪਰ ਕਲਸ਼ ਰੱਖਦੇ ਹੈ। ਤੁਸੀਂ ਬੱਚੇ ਜਾਣਦੇ ਹੋ, ਅਸੀਂ ਭਾਰਤ ਦੀ ਤਕਦੀਰ ਬਣਾਉਣ ਮਤਲਬ ਭਾਰਤ ਨੂੰ ਸਵਰਗ ਬਣਾਉਣ ਵਾਲੇ ਹਾਂ। ਤੁਸੀਂ ਬਾਪ ਦੀ ਸੈਨਾ ਹੋ, ਬਾਪ ਦੇ ਘਰ ਦੀ ਸ਼ੋਭਾ ਹੋ। ਮਾਂ-ਬਾਪ ਦੇ ਕੋਲ ਬੱਚੇ ਨਹੀਂ ਹੁੰਦੇ ਹੈ ਤਾਂ ਘਰ ਜਿਵੇਂ ਸੁੰਨਾ ਲੱਗਦਾ ਹੈ। ਹੁਣ ਇਹ ਪੁਰਾਣੀ ਦੁਨੀਆ ਸੁੰਨੀ ਲੱਗਦੀ ਹੈ। ਹੁਣ ਤੁਸੀਂ ਬੱਚੇ ਇਹਨਾਂ ਨੂੰ ਸਵਰਗ ਬਣਾਉਣ ਵਾਲੇ ਹੋ। ਬਾਪ ਕਹਿੰਦੇ ਹੈ, ਮੈਂ ਤੁਸੀਂ ਮਾਤਾਵਾਂ ਦਾ ਗੁਲਾਮ ਹਾਂ, ਕਿਉਂਕਿ ਅੱਗੇ ਇਹ ਮਾਤਾਵਾਂ ਪਤੀ ਦੀਆਂ ਗੁਲਾਮ ਸੀ। ਉਹਨਾਂ ਨੂੰ ਕਿਹਾ ਜਾਂਦਾ ਹੈ, ਹਿੰਦੂ ਨਾਰੀ ਦਾ ਪਤੀ ਹੀ ਗੁਰੂ ਈਸ਼ਵਰ ਸਭ ਕੁਝ ਹੈ। ਅਸਲ ਵਿੱਚ ਇਸ ਸਮੇਂ ਦੀ ਗੱਲ ਨੂੰ ਫਿਰ ਭਗਵਤੀ ਮਾਰਗ ਵਿੱਚ ਲੈ ਗਏ ਹੈ। ਪਰਮ ਪਿਤਾ ਪਰਮਾਤਮਾ ਨੂੰ ਹੀ ਇਸ ਸਮੇਂ ਕਿਹਾ ਜਾਂਦਾ ਹੈ, ਤਮੇ ਮਾਤਾ ਚ ਪਿਤਾ ਤਮੇਵ, ਸਭ ਕੁਝ ਇੱਕ ਹੈ। ਹਿੰਦੂ ਲੋਕਾਂ ਨੇ ਫਿਰ ਪਤੀ ਦੇ ਲਈ ਕਹਿ ਦਿੱਤਾ ਹੈ। ਅਸਲ ਵਿੱਚ ਸ਼ਿਵ ਬਾਬਾ ਹੈ ਪਤੀਆਂ ਦਾ ਪਤੀ। ਤੁਸੀਂ ਤਾਂ ਸਦਾ ਸ਼ੋਭਾਸ਼ਾਲੀ ਬੰਦੀ ਹੋ, ਸੌਭਾਗਿਆਸ਼ਾਲੀ ਬੰਦੀ ਹੋ ਅਤੇ ਇਹ ਪਤੀ ਵੀ ਅਮਰ ਹੈ। ਅਮਰਨਾਥ ਹੈ ਨਾ, ਤੁਹਾਨੂੰ ਵੀ ਅਮਰਨਾਥ ਅਮਰਪੁਰੀ ਦਾ ਮਾਲਿਕ ਬਣਾਉਂਦੇ ਹਾਂ। ਅਜਿਹੇ ਪਤੀ ਨੂੰ ਬਹੁਤ ਯਾਦ ਕਰਨਾ ਹੈ ਜੋ ਤੁਹਾਨੂੰ ਪੜਾ ਕੇ ਸਵਰਗ ਦਾ ਮਾਲਿਕ ਬਣਾਉਂਦੇ ਹੈ। ਅਜਿਹੇ ਪਤੀ ਨੂੰ ਭੁੱਲਣ ਨਾਲ ਰੋਣਾ ਆ ਜਾਂਦਾ ਹੈ। ਬਾਪ ਕਹਿੰਦੇ ਹੈ ਕਿ ਤੁਹਾਡਾ ਸਾਜਨ ਮਰ ਗਿਆ ਹੈ ਜੋ ਤੁਸੀਂ ਰੋਂਦੇ ਹੋ। ਤੁਹਾਨੂੰ ਤਾਂ ਹੁਣ ਸਦਾ ਹਰਸ਼ਿਤ ਮੁਖ ਰਹਿਣਾ ਹੈ। ਦੇਵਤਾ ਦਾ ਮੁਖੜਾ ਸदैव ਹਰਸ਼ਿਤ ਰਹਿੰਦਾ ਹੈ। ਮਨੁੱਖ ਦੇਖਣ ਨਾਲ ਹੀ ਖੁਸ਼ ਹੁੰਦੇ ਹੈ। ਦੇਵਤਾ ਨੇ ਉਹ ਖੁਸ਼ੀ ਕਿੱਥੋਂ ਲਿਆਂਦੀ? ਸੰਗਮ ਤੇ ਬਾਪ ਨੇ ਅਜਿਹਾ ਹਰਸ਼ਿਤ ਮੁਖ ਖੁਸ਼ ਮਿਜ਼ਾਜ ਬਣਾਇਆ ਸੀ। ਹੁਣ ਪੁਰਸ਼ਾਰਥ ਕਰਨਾ ਹੈ ਤਾਂ ਹੀ ਤੇ ਅਵਿਨਾਸ਼ੀ ਬਣੋਗੇ। ਬਾਪ ਕਹਿੰਦੇ ਹੈ, ਰੋਣ ਦੀ ਕੋਈ ਗੱਲ ਹੀ ਨਹੀਂ ਹੈ। ਅਜਿਹਾ ਸੁਲੋਨਾ ਸਾਜਨ ਮਿਲਿਆ ਹੈ ਜਿਸ ਨਾਲ ਸਵਰਗ ਦੇ ਮਹਾਰਾਜਾ ਮਹਾਰਾਣੀ ਬਣਦੇ ਹੋ। ਤੁਸੀਂ ਸ਼੍ਰੀਮਤ ਤੇ ਕਦਮ ਕਦਮ ਚੱਲਦੇ ਰਹੋ। ਤੁਸੀਂ ਜੋ ਉਹ ਵਰਸ਼ਨ ਸੁਣਦੇ ਹੋ ਤਾਂ ਕਹਿੰਦੇ ਹੋ, ਇੱਥੇ ਇੱਕ ਵਰਸ਼ਨ ਲੱਖ ਰੁਪਏ ਦਾ ਹੈ। ਇਹ ਵਿਦਵਾਨ ਲੋਕ ਗੀਤਾ ਵੇਦਾਂਤ ਆਦਿ ਸੁਣਾਉਂਦੇ ਹੈ ਤਾਂ ਕਹਿਣਾ ਹੈ ਇਹ ਇੱਕ ਵਰਸ਼ਨ ਲੱਖ ਰੁਪਏ ਦਾ ਹੈ। ਪਰ ਅਜਿਹਾ ਤੇ ਨਹੀਂ ਹੈ। ਤੁਸੀਂ ਹਰੇਕ ਰੂਪ ਬਸੰਤ ਹੋ। ਆਤਮਾ ਰੂਪ ਹੈ ਨਾ, ਫਿਰ ਉਸਨੂੰ ਗਿਆਨ ਸਾਗਰ ਕਿਹਾ ਜਾਂਦਾ ਹੈ। ਗਿਆਨ ਦੀ ਵਰਖਾ ਕਰਾਉਣ ਵਾਲਾ ਹੈ, ਸਥੂਲ ਪਾਣੀ ਦੀ ਤਾਂ ਗੱਲ ਨਹੀਂ। ਇਸ ਨੂੰ ਤਾਂ ਗਿਆਨ ਰਤਨ ਕਿਹਾ ਜਾਂਦਾ ਹੈ। ਪਰ ਇੱਕ ਨੂੰ ਇੰਨਾ ਗਿਆਨ ਰਤਨਾਂ ਦਾ ਬੀਜ ਬੋਣਾ ਹੈ। ਮਨੁੱਖਾਂ ਨੂੰ ਸਮਝਣਾ ਚਾਹੀਦਾ ਹੈ ਕਿ ਤੁਸੀਂ ਆਤਮਾ ਹੋ, ਇਹ ਤੁਹਾਡਾ ਸਰੀਰ ਹੈ। ਤੁਸੀਂ ਕਹਿੰਦੇ ਹੋ ਪਾਪ ਆਤਮਾ ਪੁੰਨ ਆਤਮਾ। ਪਾਪ ਪਰਮਾਤਮਾ, ਪੁੰਨ ਪਰਮਾਤਮਾ ਨਹੀਂ ਕਹਿੰਦੇ ਹੋ। ਇਸ ਨਾਲ ਸਿੱਧ ਹੈ ਪਰਮਾਤਮਾ ਸਰਵਿਆਪੀ ਨਹੀਂ ਹੈ। ਮਾਇਆ ਪਾਪ ਆਤਮਾ ਬਣਾਉਂਦੀ ਹੈ ਅਤੇ ਬਾਪ ਪੁੰਨ ਆਤਮਾ ਬਣਾਉਂਦੇ ਹੈ। ਪੁੰਨ ਆਤਮਾਵਾਂ ਦੀ ਦੁਨੀਆ ਨੂੰ ਸਵਰਗ ਅਤੇ ਪਾਪ ਆਤਮਾ
ਨੂੰ ਦੁਨੀਆ ਨੂੰ ਨਰਕ ਕਿਹਾ ਜਾਂਦਾ ਹੈ। ਸਭ ਨੂੰ ਪਾਵਨ ਬਣਾਉਣ ਵਾਲਾ ਸਦਗਤੀ ਦਾਤਾ ਇੱਕ ਹੀ ਬਾਪ ਹੈ। ਤਾਂ ਤੁਸੀਂ ਬੱਚੇ ਇਸ ਬੇਹੱਦ ਦੇ ਘਰ ਦੇ ਸ਼ਿੰਗਾਰ ਹੋ। ਤੁਹਾਨੂੰ ਭਾਰਤ ਦਾ ਸ਼ਿੰਗਾਰ ਕਰਨਾ ਹੈ। ਬੇਕੁੰਠ ਨੂੰ ਵੰਡਰ ਆਫ ਦੀ ਵਰਲਡ ਕਿਹਾ ਜਾਂਦਾ ਹੈ। ਮਨੁੱਖ ਸਾਥ ਜਿਸਮਾਨੀ ਵੰਡਰ ਦਿਖਾਉਂਦੇ ਹੈ, ਉਹ ਤਾਂ ਹੈ ਮਨੁੱਖ ਦੇ ਬਣਾਏ ਹੋਏ। ਅਸਲ ਵਿੱਚ ਵੰਡਰ ਆਫ ਦੀ ਵਰਲਡ ਹੈ ਬੇਕੁੰਠ, ਜਿੱਥੇ ਸਭ ਆਤਮਾਵਾਂ ਸਦਾ ਸੁਖੀ ਰਹਿੰਦੀਆਂ ਹੈ। ਗਾਉਂਦੇ ਵੀ ਹੈ, ਫਲਾਨਾ ਸਵਰਗਵਾਸ ਹੋਇਆ, ਪਰ ਜਦੋਂ ਤੱਕ ਬਾਪ ਨਾ ਆਏ ਉਦੋਂ ਤੱਕ ਉੱਥੇ ਕੋਈ ਜਾ ਨਹੀਂ ਸਕਦਾ। ਹੁਣ ਤੁਸੀਂ ਬੱਚੇ ਜਾਣਦੇ ਹੋ, ਅਸੀਂ ਬੇਕੁੰਠ ਵਿੱਚ ਜਾਂਦੇ ਹਾਂ। ਉਹ ਜਿਸਮਾਨੀ ਵੰਡਰ ਅੱਖਾਂ ਨਾਲ ਦਿਖਦੇ ਹੈ। ਤੁਹਾਨੂੰ ਤਾਂ ਬੇਕੁੰਠ ਵਿੱਚ ਜਾ ਕੇ ਅਥਾਹ ਸੁੱਖ ਭੋਗਣਾ ਹੈ। ਉੱਥੇ ਰੋਣ ਦੀ ਕੋਈ ਗੱਲ ਨਹੀਂ। ਬਾਪ ਕਹਿੰਦੇ ਹੈ, ਤੁਸੀਂ ਪਰਮ ਪਿਤਾ ਪਰਮਾਤਮਾ ਦੀਆਂ ਸਜਣੀਆਂ ਕਿਵੇਂ ਰੋਂਦੀਆਂ ਹੈ। ਸ਼ਾਇਦ ਸਾਜਨ ਨੂੰ ਭੁੱਲ ਜਾਂਦੀਆਂ ਹੋ। ਸਾਜਨ ਨੂੰ ਭੁੱਲ ਜਾਣਾ ਮਤਲਬ ਉਹਨਾਂ ਕੋਲੋਂ ਵਿਦਾਈ ਲੈਣਾ। ਸदैव ਉਹਨਾਂ ਨੂੰ ਯਾਦ ਕਰਦੇ ਰਹੋ ਤਾਂ ਰੋਣ ਦੀ ਗੱਲ ਨਹੀਂ। ਬਾਕੀ ਕਿਸੇ ਦਾ ਸੰਬੰਧੀ ਆਦਿ ਮਰਦਾ ਹੈ ਤਾਂ ਰੋਂਦੇ ਹੈ। ਹੁਣ ਤੁਸੀਂ ਜਿਉਂਦੇ ਜੀ ਛੁੱਟੀ ਲੈਂਦੇ ਹੋ, ਸਭ ਕੋਲੋਂ ਛੁੱਟੀ ਲੈ ਫਿਰ ਸਦਾ ਦੇ ਲਈ ਹੱਸ ਪੈਂਦੇ ਹੋ, ਕਿਉਂਕਿ ਬੇਕੁੰਠ ਵਿੱਚ ਜਾਂਦੇ ਹੋ। ਇੱਥੇ ਦੇ ਰੋਣ ਦੀ ਲੋੜ ਨਹੀਂ। ਬਾਬਾ ਨੇ ਕਿਹਾ ਹੈ, ਅੰਮਾ ਮਰੇ ਤਾਂ ਹਲਵਾ ਖਾਣਾ। ਕਿਹੜਾ ਹਲਵਾ? ਇਹ ਗਿਆਨ ਦਾ। ਹੁਣ ਤਾਂ ਸਭ ਮਰੇ ਪਏ ਹੈ। ਕਿਸੇ ਦਾ ਚਿੰਤਨ ਕਰੀਏ, ਕਿਸੇ ਦਾ ਨਾ ਕਰੀਏ, ਐਨੇ ਸਭ ਮਰਨਗੇ। ਕੋਈ ਕਿਰਿਆ ਕਰਮ ਕਰਨ ਵਾਲਾ ਵੀ ਨਹੀਂ ਰਹੇਗਾ। ਜਾਪਾਨ ਵਿੱਚ ਬੰਬ ਨਾਲ ਐਨੇ ਮਰ ਗਏ, ਫਿਰ ਕਿਸ ਨੇ ਕਿਰਿਆ ਕਰਮ ਕੀਤਾ? ਕਿਰਿਆ ਕਰਮ ਕਰਨ ਵਾਲੇ ਵੀ ਮਰ ਜਾਣਗੇ। ਇੱਥੇ ਤੇ ਭਗਤੀ ਮਾਰਗ ਦੀ ਰਸਮ ਰਿਵਾਜ ਹੈ। ਸਤਜੁਗ ਵਿੱਚ ਇਵੇਂ ਦੀਆਂ ਗੱਲਾਂ ਹੁੰਦੀਆਂ ਨਹੀਂ ਆ। ਉੱਥੇ ਤੇ ਅਥਾਹ ਸੁੱਖ ਹੈ। ਮੋਹ ਜੀਤ ਰਾਜਾ ਦੀ ਕਹਾਣੀ ਵੀ ਉੱਥੇ ਦੀ ਹੈ। ਤੁਸੀਂ ਜਨਮ ਜਨਮੰਤਰ ਕਥਾ ਸੁਣੀ ਹੈ। ਹੁਣ ਬਾਪ ਕਹਿੰਦੇ ਹੈ, ਜੋ ਕੁਝ ਸੁਣਿਆ ਹੈ ਉਹ ਭੁੱਲ ਜਾਓ। ਹੁਣ ਸਭ ਬਾਪ ਕੋਲੋਂ ਸੁਣੋ। ਹੀਅਰ ਨੋ ਈਵਲ, ਸੀ ਨੋ ਈਵਲ। ਉਹਨਾਂ ਨੇ ਬੰਦਰ ਦੀ ਸ਼ਕਲ ਦਾ ਇੱਕ ਖਿਡੌਣਾ ਬਣਾਇਆ ਹੋਇਆ ਹੈ। ਟਾਕ ਨੋ ਈਵਲ, ਸੀ ਨੋ ਈਵਲ, ਕਿਉਂਕਿ ਇਸ ਸਮੇਂ ਮਨੁੱਖ ਬੰਦਰ ਤੋਂ ਵੀ ਬਦਤਰ ਹੈ। ਜੋ ਸੁਣਿਆ ਸਤ ਸਤ ਕਰਦੇ ਰਹਿੰਦੇ ਹੈ। ਬਾਬਾ ਕਹਿੰਦੇ ਹੈ, ਬੱਚੇ ਗਲਾਨੀ ਦੀ ਗੱਲਾਂ ਨਾ ਸੁਣੋ। ਮੈਂ ਕਲਪ ਦੇ ਸੰਗਮ ਯੁੱਗ ਤੇ ਆਉਂਦਾ ਹਾਂ। ਬਾਪ ਨੂੰ ਤਾਂ ਜ਼ਰੂਰ ਆਉਣਾ ਹੀ ਹੈ, ਤਾਂ ਹੀ ਨੌਲੇਜ ਦੇਣਗੇ। ਮਨੁੱਖ ਕਹਿੰਦੇ ਹੈ, ਰਿਸ਼ੀ ਮੁਨੀ ਆਦਿ ਤ੍ਰਿਕਲਦਰਸ਼ੀ ਹੈ। ਬਾਪ ਕਹਿੰਦੇ ਹੈ, ਬਿਲਕੁਲ ਨਹੀਂ। ਲਕਸ਼ਮੀ ਨਾਰਾਇਣ ਵੀ ਤ੍ਰਿਕਲਦਰਸ਼ੀ ਨਹੀਂ ਸੀ। ਤ੍ਰਿਕਲਦਰਸ਼ੀ ਸਿਰਫ ਤੁਸੀਂ ਬ੍ਰਾਹਮਣ ਬਣੇ ਹੋ। ਤੁਹਾਡਾ ਇਹ 84ਵਾਂ ਅੰਤਿਮ ਜਨਮ ਹੈ। ਇਵੇਂ ਨਹੀਂ ਕਿ ਇਹ ਗਿਆਨ ਦੇ ਸੰਸਕਾਰ ਦੂਸਰੇ ਜਨਮ ਵਿੱਚ ਰਹਿਣਗੇ। ਨਹੀਂ, ਇਹ ਪ੍ਰਾਇਆ ਲੋਪ ਹੋ ਜਾਂਦੇ ਹੈ। ਉੱਥੇ ਤਾਂ ਰਜਾਈ ਸਥਾਪਨ ਹੋ ਜਾਂਦੀ ਹੈ, ਤਾਂ ਰਾਜਯੋਗ ਦੀ ਲੋੜ ਨਹੀਂ। ਤਾਂ ਦੇਖੋ ਬਾਬਾ ਕੀ ਕਹਿੰਦੇ, ਮਨੁੱਖ ਕੀ ਕਹਿੰਦੇ ਹੈ। ਰਾਤ ਅਤੇ ਦਿਨ ਦਾ ਅੰਤਰ ਹੈ। ਮਨੁੱਖ ਕਹਿੰਦੇ ਪਰਮਾਤਮਾ ਸਰਵਿਆਪੀ ਹੈ। ਬਾਪ ਕਹਿੰਦੇ ਹੈ ਨਹੀਂ। ਮਨੁੱਖ ਕਹਿੰਦੇ ਹੈ ਕਲਯੁਗ ਦੀ ਉਮਰ ਹੁਣ 40,000 ਪਈ ਹੈ। ਬਾਪ ਕਹਿੰਦੇ ਹੈ ਨਹੀਂ। ਕਿੰਨੇ ਗਪੋੜੇ ਸੁਣਾ ਘੋਰ ਹਨੇਰਾ ਕਰ ਦਿੱਤਾ ਹੈ। ਹੁਣ ਮਿੱਠਾ ਬਾਪ ਕਹਿੰਦਾ ਹੈ, ਬਹੁਤ ਮਿੱਠਾ ਬਣੋ। ਤੁਸੀਂ ਈਸ਼ਵਰੀ ਦਰਬਾਰ ਵਿੱਚ ਈਸ਼ਵਰ ਦੇ ਬੱਚੇ ਹੋ। ਤੁਹਾਡਾ ਫਰਜ਼ ਹੈ ਯੋਗ ਲਗਾਉਣਾ। ਗਵਰਧਨ ਪਰਬਤ ਤੇ ਜਾਣਗੇ ਤਾਂ ਉੱਥੇ ਉਂਗਲੀ ਦਿਖਾਈ ਹੈ। ਪਰਬਤ ਦੀ ਕਿੰਨੀ ਪੂਜਾ ਹੁੰਦੀ ਹੈ। ਭਾਰਤ ਜਦੋਂ ਗੋਲਡਨ ਏਜ ਬਣ ਜਾਂਦਾ ਹੈ ਤਾਂ ਉਹਨਾਂ ਦੀ ਪੂਜਾ ਨਹੀਂ ਹੁੰਦੀ। ਤਾਂ ਇਹ ਉਂਗਲੀ ਹੈ ਤੁਹਾਡੀ ਨਿਸ਼ਾਨੀ। ਪਵਿੱਤਰਤਾ ਦੀ ਪ੍ਰਤਿੱਗਿਆ ਕਰਨਾ ਜਿਵੇਂ ਉਂਗਲੀ ਦੇਣਾ ਹੈ। ਭਾਰਤ ਨੂੰ ਸੈਲਵੇਜ ਕਰਨ ਦੇ ਲਈ ਪਵਿੱਤਰਤਾ ਤਾਂ ਪੀਸ ਪ੍ਰੋਸਪੈਰਿਟੀ ਵੀ ਹੈ। ਪਵਿੱਤਰਤਾ ਨਹੀਂ ਹੈ ਤਾਂ ਭਾਰਤ ਦਾ ਹਾਲ ਦੇਖੋ ਕੀ ਹੈ। ਮਿਹਨਤ ਹੈ ਨਾ। ਸੰਨਿਆਸੀ ਕਹਿੰਦੇ ਆਏ, ਅੱਗ ਅਤੇ ਕਪੂਸ ਇਕੱਠੇ ਨਹੀਂ ਰਹਿ ਸਕਦੇ। ਸ਼ਾਸਤਰਾਂ ਵਿੱਚ ਇਵੇਂ ਹੈ। ਪਰ ਤੁਸੀਂ ਸੰਨਿਆਸੀਆਂ ਨੂੰ ਕਹਿ ਸਕਦੇ ਹੋ ਕਿ ਅਸੀਂ ਕਿਵੇਂ ਅੱਗ ਕਪੂਸ ਇਕੱਠੇ ਰਹਿੰਦੇ ਪਵਿੱਤਰ ਰਹਿੰਦੇ ਹਾਂ।
ਸੰਨਿਆਸੀਆਂ ਨੂੰ ਸ਼੍ਰੀਮਤ ਥੋੜੇ ਹੀ ਮਿਲਦੀ ਹੈ। ਅਸੀਂ ਤਾਂ ਹੁਣ ਬਾਪ ਦੀ ਸ਼੍ਰੀਮਤ ਤੇ ਚੱਲਦੇ ਹਾਂ। ਉਹਨਾਂ ਨੂੰ ਮਿਲਦੀ ਹੈ ਸ਼ੰਕਰਾਚਾਰਿਆ ਦੀ ਮਤ, ਇਹ ਹੈ ਸ਼ਿਵਚਾਰਿਆ ਦੀ ਮਤ। ਤੁਸੀਂ ਸ਼ਿਵਚਾਰਿਆ ਦੇ ਬੱਚੇ ਹੋ, ਇਹ ਕੋਈ ਨਹੀਂ ਜਾਣਦੇ। ਕਹਿੰਦੇ ਹੈ ਪਰਮਾਤਮਾ ਗਿਆਨ ਦਾ ਸਾਗਰ ਹੈ, ਤਾਂ ਆਚਾਰਿਆ ਹੋਇਆ ਨਾ, ਉਹ ਸ਼ੰਕਰਾਚਾਰਿਆ ਹੈ। ਸੰਨਿਆਸੀ ਬਹੁਤ ਸ਼ਾਸਤਰ ਪੜ੍ਹ ਕੇ ਟਾਈਟਲ ਲੈਂਦੇ ਹੈ। ਸ਼੍ਰੀ ਕ੍ਰਿਸ਼ਨ ਆਚਾਰਿਆ ਕਦੀ ਨਹੀਂ ਕਿਹਾ ਜਾਂਦਾ ਹੈ। ਸ਼ਿਵ ਦਾ ਪਤਾ ਹੀ ਨਹੀਂ, ਉਹ ਬਾਪ ਨੂੰ ਜਾਣਦੇ ਹੀ ਨਹੀਂ ਹੈ। ਸਿਵਾਏ ਬਾਪ ਦੇ ਹੋਰ ਕਿਸੇ ਨੂੰ ਗਿਆਨ ਦਾ ਸਾਗਰ ਨਹੀਂ ਕਹਿ ਸਕਦੇ ਹਾਂ। ਕੋਈ ਸੰਨਿਆਸੀ ਮਿਲੇ ਤਾਂ ਬੋਲੋ, ਤੁਸੀਂ ਹੋ ਨਿਵ੍ਰਿੱਤੀ ਮਾਰਗ ਵਾਲੇ ਹਠਯੋਗੀ ਸੰਨਿਆਸੀ, ਅਸੀਂ ਹਾਂ ਪ੍ਰਵਿਰਤੀ ਮਾਰਗ ਵਾਲੇ ਰਾਜਯੋਗੀ। ਤੁਸੀਂ ਰਾਜਯੋਗ ਸਿਖਾ ਨਹੀਂ ਸਕਦੇ ਹੋ, ਤੁਸੀਂ ਹੋ ਰਜੋਗੁਣੀ, ਕਿਉਂਕਿ ਸ਼ੰਕਰਾਚਾਰਿਆ ਆਉਂਦੇ ਹੀ ਹੈ ਦੁਆਪਰ ਵਿੱਚ। ਤੁਹਾਡਾ ਹੈ ਹਠ ਯੋਗ ਕਰਮ ਸੰਨਿਆਸ ਅਸਲ ਵਿੱਚ, ਤੇ ਕਰਮ ਸੰਨਿਆਸ ਦੇ ਹੁੰਦੇ ਹੀ ਨਹੀਂ ਹੈ। ਹੁਣ ਤੁਸੀਂ ਬੱਚਿਆਂ ਨੂੰ ਡਾਇਰੈਕਸ਼ਨ ਹੀ ਕੁਝ ਹੋਰ ਮਿਲਦਾ ਹੈ। ਮਨੁੱਖ ਚਾਹੁੰਦੇ ਹੈ ਸ਼ਾਂਤੀ ਵਿੱਚ ਰਹੀਏ। ਬੋਲੋ ਅੱਛਾ, ਆਪਣੇ ਨੂੰ ਇਹਨਾਂ ਆਰਗਨਸ ਤੋਂ ਡਿਟੈਚ ਕਰ ਦੇਵੋ, ਪਰ ਸਿਰਫ ਡਿਟੈਚ ਕਰਨ ਨਾਲ ਹੀ ਫਾਇਦਾ ਨਹੀਂ ਹੋਵੇਗਾ। ਡਿਟੈਚ ਹੋ ਫਿਰ ਮੈਨੂੰ ਯਾਦ ਕਰੋ, ਤਾਂ ਵੀ ਕਰਮ ਵਿਨਾਸ਼ ਹੋਣਗੇ। ਸ਼ਾਂਤੀ ਤਾਂ ਤੁਹਾਡੇ ਗਲੇ ਦਾ ਹਾਰ ਹੈ। ਆਤਮਾ ਦਾ ਸਾਧਰਮ ਹੈ ਸ਼ਾਂਤੀ। ਅਸੀਂ ਆਤਮਾਵਾਂ ਮੂਲ ਵਤਨ ਵਿੱਚ ਸਾਇਲੈਂਸ ਵਿੱਚ ਰਹਿੰਦੀਆਂ ਹਾਂ। ਫਿਰ ਸੂਖਸ਼ਮ ਵਤਨ ਵਿੱਚ ਹੈ ਮੂਵੀ, ਇਹ ਹੈ ਟਾਕੀ ਸਥੂਲ ਵਤਨ। ਤੁਸੀਂ ਬੱਚਿਆਂ ਨੇ ਸਾਖਸ਼ਾਤਕਾਰ ਕੀਤਾ ਹੈ, ਬਾਬੇ ਨੇ ਜਾਸਤੀ ਦੇਖਿਆ ਹੈ, ਅੰਮਾ ਨੇ ਤਾਂ ਕੁਝ ਵੀ ਨਹੀਂ ਦੇਖਿਆ, ਕਦੀ ਵੀ ਧਿਆਨ ਵਿੱਚ ਨਹੀਂ ਗਈ। ਗਿਆਨ ਵਿੱਚ ਕਿੰਨੀ ਤਿੱਖੀ ਗਈ। ਇਹ ਧਿਆਨ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ। ਮੰਮਾ ਦੇਖੋ ਵਿਗੈਰ ਧਿਆਨ ਤੇ ਕਿੰਨਾ ਅੱਗੇ ਨੰਬਰ ਲੈਂਦੀ ਹੈ। ਪਹਿਲੇ ਸ਼੍ਰੀ ਲక్ష్ਮੀ ਫਿਰ ਸ਼੍ਰੀ ਨਾਰਾਇਣ, ਇਹਨਾਂ ਦੇ ਲਈ ਲਿਖਿਆ ਹੋਇਆ ਹੈ। ਅਰਜਨ ਨੂੰ ਵਿਨਾਸ਼ ਸਥਾਪਨਾ ਦਾ ਸਾਖਸ਼ਾਤਕਾਰ ਹੋਇਆ। ਇਸ ਰਥ ਵਿੱਚ ਰਥੀ ਸ਼ਿਵ ਬਾਬਾ ਬੈਠ ਨੌਲੇਜ ਸੁਣਾਉਂਦੇ ਹੈ। ਇਸ ਰਥ ਨੂੰ ਵੀ ਨੌਲੇਜ ਉਹਨਾਂ ਕੋਲੋਂ ਮਿਲਦੀ ਹੈ। ਇਹ ਖੁਦ ਵੀ ਗੀਤਾ ਪੜ੍ਹਦੇ ਹੈ, ਬਹੁਤ ਕਥਾ ਕਰਦੇ ਹੈ। ਹੁਣ ਵੰਡਰ ਲੱਗਦਾ ਹੈ। ਸਾਖਸ਼ਾਤ ਬਾਬਾ ਕਹਿੰਦੇ ਸ਼ਾਸਤਰਾਂ ਵਿੱਚ ਕੀ ਕੀ ਹੈ। ਬਾਪ ਕਹਿੰਦੇ ਹੈ ਇਹ ਪੜ੍ਹਿਆ ਹੋਇਆ ਸਭ ਭੁੱਲ ਜਾਓ, ਸੁਣੋ ਨਹੀਂ, ਦੇਖਦੇ ਹੋਏ ਵੀ ਨਹੀਂ ਦੇਖੋ। ਬਸ ਅਸੀਂ ਤਾਂ ਜਾਂਦੇ ਹਾਂ ਬਾਬਾ ਦੇ ਘਰ ਸਵੀਟ ਹੋਮ। ਜਦੋਂ ਤੱਕ ਗਾਈਡ ਅਤੇ ਲਿਬਰੇਟਰ ਨਾ ਆਵੇ ਉਦੋਂ ਤੱਕ ਕੋਈ ਜਾ ਨਹੀਂ ਸਕਦਾ। ਪੰਡਾ ਅਤੇ ਮੁਕਤੀ ਦਾਤਾ ਤਾਂ ਇੱਕ ਹੀ ਬਾਪ ਹੈ, ਦੁੱਖਾਂ ਤੋਂ ਮੁਕਤ ਕਰ ਦਿੰਦੇ ਹੈ, ਇਸ ਲਈ ਉਹਨਾਂ ਨੂੰ ਗਤੀ ਸਦਗਤੀ ਦਾਤਾ ਕਿਹਾ ਜਾਂਦਾ ਹੈ। ਉਹ ਹੈ ਮਨੁੱਖ ਸ੍ਰਿਸ਼ਟੀ ਦਾ ਬੀਜ ਰੂਪ, ਸੁਪਰੀਮ ਸੂਲ। ਨਿਰਾਕਾਰੀ ਦੁਨੀਆ ਹੈ, ਆਤਮਾਵਾਂ ਦੇ ਰਹਿਣ ਦਾ ਧਾਮ। ਇਵੇਂ ਨਹੀਂ ਕਿ ਇਹ ਬ੍ਰਹਮ ਪਰਮਾਤਮਾ ਹੈ, ਉਹਨਾਂ ਵਿੱਚ ਆਤਮਾਵਾਂ ਲੀਨ ਹੋ ਜਾਣਗੀਆਂ। ਕਿੰਨੀਆਂ ਵੰਡਰਫੁੱਲ ਗੱਲਾਂ ਹੈ। ਤੁਹਾਡਾ 84 ਜਨਮਾਂ ਦਾ ਪਾਠ ਅਵਿਨਾਸ਼ੀ ਹੈ, ਇਹ ਕਦੀ ਮਿਟ ਨਹੀਂ ਸਕਦਾ। ਸ੍ਰਿਸ਼ਟੀ ਅਨਾਦਿ ਰਚੀ ਹੋਈ ਹੈ। ਸਤਯੁਗ ਨੂੰ ਨਈ ਸ੍ਰਿਸ਼ਟੀ ਕਿਹਾ ਜਾਂਦਾ ਹੈ, ਹੁਣ ਪੁਰਾਣੀ ਸ੍ਰਿਸ਼ਟੀ। ਬਾਕੀ ਸ੍ਰਿਸ਼ਟੀ ਕੋਈ ਵਿਨਾਸ਼ੀ ਨਹੀਂ ਹੁੰਦੀ। ਬਾਪ ਆਉਂਦੇ ਹੀ ਹੈ ਪਤਿਤ ਸ੍ਰਿਸ਼ਟੀ ਨੂੰ ਪਾਵਨ ਬਣਾਉਣ। ਸ੍ਰਿਸ਼ਟੀ ਤਾਂ ਹੈ ਹੀ ਹੈ। 84 ਜਨਮ ਤਾਂ ਜ਼ਰੂਰ ਦੇਵਤਿਆਂ ਦੇ ਹੀ ਹੁੰਦੇ ਹੋਣਗੇ, ਫਿਰ ਘੱਟ ਹੁੰਦੇ ਜਾਂਦੇ ਹੈ। ਫਿਰ ਕ੍ਰਿਸਚਨ ਆਦਿ ਦਾ ਵੀ ਹਿਸਾਬ ਨਿਕਾਲ ਸਕਦੇ ਹਾਂ। ਅਸਲ ਵਿੱਚ ਭਾਰਤ ਵਾਸੀਆਂ ਦੀ ਜਨਸੰਖਿਆ ਬਹੁਤ ਹੋਣੀ ਚਾਹੀਦੀ ਹੈ, ਪਰ ਹੋਰ ਧਰਮਾਂ ਵਿੱਚ ਕਨਵਰਟ ਹੋਣ ਕਾਰਨ ਘੱਟ ਹੋ ਗਏ ਹੈ। ਨਾਮ ਹੀ ਹਿੰਦੂ ਰੱਖ ਦਿੱਤਾ ਹੈ। ਬਾਪ ਕਹਿੰਦੇ ਹੈ ਮੈਂ ਆਉਂਦਾ ਹੀ ਉਦੋਂ ਹਾਂ ਜਦੋਂ ਮੈਨੂੰ ਬ੍ਰਹਮਾ ਦੁਆਰਾ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਨੀ ਹੈ, ਸ਼ੰਕਰ ਦੁਆਰਾ ਵਿਨਾਸ਼। ਫਿਰ ਜੋ ਸਥਾਪਨਾ ਕਰਦੇ ਹੈ ਉਹ ਹੀ ਪਾਲਣਾ ਕਰਨਗੇ। ਗਾਂਧੀ ਜੀ ਨੂੰ ਵੀ ਜਿਨ੍ਹਾਂ ਨੇ ਮਦਦ ਕੀਤੀ, ਮਿਹਨਤ ਕੀਤੀ, ਅੱਜ ਬਹੁਤ ਸੁਖੀ ਹੈ। ਉੱਥੇ ਸੁਖੀ ਤਾਂ ਸਭ ਬਣਨਗੇ, ਬਾਕੀ ਪਦਵੀ ਵਿੱਚ ਫਰਕ ਪੈ ਜਾਂਦਾ ਹੈ। ਜੋ ਬਾਪ ਦੀ ਯਾਦ ਵਿੱਚ ਰਹਿੰਦੇ ਹੈ ਅਤੇ ਬਰਸੇ ਨੂੰ ਯਾਦ ਕਰਦੇ ਹੈ ਉਹ ਸੂਰਜਵੰਸ਼ੀ ਬਣਨਗੇ। ਘੱਟ ਯਾਦ ਕਰਨਗੇ ਤਾਂ ਚੰਦਰਵੰਸ਼ੀ ਨਹੀਂ, ਤਾਂ ਫਿਰ ਪ੍ਰਜਾ ਦਾਸ ਦਾਸੀਆਂ ਆਦਿ ਤਾਂ ਬਹੁਤ ਚਾਹੀਦੀਆਂ ਹੈ ਨਾ। ਬਾਪ ਨੇ ਸਮਝਾਇਆ ਹੈ ਯੋਗ ਬਲ ਨਾਲ ਹੀ ਕੋਈ ਵੀ
ਵਿਸ਼ਵ ਦਾ ਮਾਲਿਕ ਬਣ ਸਕਦਾ ਹੈ। ਤੁਸੀਂ ਹੋ ਯੋਗ ਬਲ ਦੀ ਅਹਿੰਸਕ ਸੈਨਾ। ਕ੍ਰਿਸਚਨ ਨੂੰ ਵੀ ਇਨ੍ਹਾਂ ਵੱਲ ਮਿਲ ਜਾਂਦਾ ਹੈ ਤਾਂ ਵਿਸ਼ਵ ਦੇ ਮਾਲਿਕ ਬਣ ਸਕਦੇ ਹੈ, ਪਰ ਲਾਅ ਨਹੀਂ ਕਹਿੰਦਾ ਹੈ। ਉਹ ਬੰਦਰ ਦੀ ਕਹਾਣੀ ਹੈ ਨਾ। ਸ਼੍ਰੀ ਕ੍ਰਿਸ਼ਨ ਦੇ ਮੁਖ ਵਿੱਚ ਮੱਖਣ ਆ ਜਾਂਦਾ ਹੈ। ਵਿਸ਼ਵ ਦੀ ਰਜਾਈ ਤਾਂ ਵਿਸ਼ਵ ਦਾ ਰਾਜ ਯੋਗ ਬਲ ਨਾਲ ਹੀ ਮਿਲ ਸਕਦਾ ਹੈ। ਬਾਪ ਕਹਿੰਦੇ ਹੈ, ਮੈਂ ਸਵਰਗ ਦਾ ਰਚయిਤਾ ਹਾਂ। ਤੁਸੀਂ ਬੱਚਿਆਂ ਦਾ ਵੀ ਇਹੀ ਧੰਦਾ ਹੈ। ਬੱਚੇ ਫਿਰ ਬਾਪ ਦੇ ਬਣ ਸਥਾਪਨਾ ਵਿੱਚ ਮਦਦ ਕਰਦੇ ਹੈ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਨੰਬਰ 1 ਪਰ ਸਦਾ ਹਰਸ਼ਿਤ ਖੁਸ਼ ਮਿਜ਼ਾਜ ਰਹਿਣਾ ਹੈ। ਕਦੇ ਵੀ ਰੋਣਾ ਨਹੀਂ ਹੈ। ਜਿਉਂਦੇ ਜੀ ਸਭ ਤੋਂ ਛੁੱਟੀ ਲੈ ਲੈਣੀ ਹੈ। ਕਿਸੇ ਦਾ ਵੀ ਚਿੰਤਨ ਨਹੀਂ ਕਰਨਾ ਹੈ। ਨੰਬਰ 2 ਆਪਣੇ ਸ਼ਾਂਤੀ ਸੌਧਰਮ ਵਿੱਚ ਸਥਿਤ ਰਹਿਣਾ ਹੈ। ਗਿਆਨ ਅਤੇ ਯੋਗ ਨਾਲ ਤਿੱਖਾ ਜਾਣਾ ਹੈ। ਧਿਆਨ ਦੀ ਆਸ ਨਹੀਂ ਰੱਖਣੀ ਹੈ। ਵਰਦਾਨ ਹੈ ਅੱਜ ਦਾ, ਅਸਲ ਸ੍ਰੇਸ਼ਟ ਹੈਂਡਲਿੰਗ ਦੁਆਰਾ ਸਰਵ ਦੀਆਂ ਦੁਆਵਾਂ ਪ੍ਰਾਪਤ ਕਰਨ ਵਾਲੇ ਸਰਵ ਦੇ ਸਨੇਹੀ ਭਵ। ਅਸਲ ਸ੍ਰੇਸ਼ਟ ਹੈਂਡਲਿੰਗ ਦੁਆਰਾ ਸਰਵ ਦੀਆਂ ਦੁਆਵਾਂ ਪ੍ਰਾਪਤ ਕਰਨ ਵਾਲੇ ਸਰਵ ਦੇ ਸਨੇਹੀ ਭਵ। ਅੱਜ ਬਾਬਾ ਆਖਦੇ ਨੇ, ਜਿਵੇਂ ਬਾਪ ਨੇ ਕਿਸੇ ਵੀ ਬੱਚੇ ਦੀ ਕਮਜ਼ੋਰੀ ਨੂੰ ਨਹੀਂ ਦੇਖਿਆ, ਹਿੰਮਤ ਵਧਾਈ ਕਿ ਤੁਸੀਂ ਹੀ ਮੇਰੇ ਸੀ ਹੋ ਅਤੇ ਸਦਾ ਰਹੋਗੇ। ਇਹ ਇਵੇਂ ਫਾਲੋ ਫਾਦਰ ਕਰੋ। ਹਰ ਇੱਕ ਦੀ ਵਿਸ਼ੇਸ਼ਤਾ ਨੂੰ ਦੇਖਦੇ ਸੰਬੰਧ ਸੰਪਰਕ ਵਿੱਚ ਆਓ ਤਾਂ ਆਤਮਾਵਾਂ ਨਾਲ ਖੁਦ ਆਤਮਿਕ ਪਿਆਰ ਇਮਰਜ ਹੋਵੇਗਾ ਅਤੇ ਬਾਪ ਦੇ ਨਾਲ ਨਾਲ ਸਰਵ ਦੇ ਸਨੇਹੀ ਬਣ ਜਾਓਗੇ। ਜਿੱਥੇ ਆਤਮਿਕ ਸਨੇਹ ਹੈ ਉੱਥੇ ਸਦਾ ਸਭ ਦੁਆਰਾ ਸਦਭਾਵਨਾ ਸਹਿਯੋਗ ਦੀ ਭਾਵਨਾ ਖੁਦ ਹੀ ਦੁਆਵਾਂ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਇਸ ਨੂੰ ਹੀ ਰੂਹਾਨੀ ਅਸਲ ਹੈਂਡਲਿੰਗ ਕਿਹਾ ਜਾਂਦਾ ਹੈ। ਸਲੋਗਨ ਅੱਜ ਦਾ, ਆਪਣੇ ਸ੍ਰੇਸ਼ਟ ਸੰਕਲਪਾਂ ਦੀ ਇਕਾਗਰਤਾ ਦੁਆਰਾ ਹੋਰ ਆਤਮਾ ਦੀ ਭਟਕੀ ਹੋਈ ਬੁੱਧੀ ਨੂੰ ਇਕਾਗਰ ਕਰ ਦੇਣਾ ਹੀ ਸੱਚੀ ਸੇਵਾ ਹੈ। ਆਪਣੇ ਸ੍ਰੇਸ਼ਟ ਸੰਕਲਪਾਂ ਦੀ ਇਕਾਗਰਤਾ ਦੁਆਰਾ ਹੋਰ ਆਤਮਾ ਦੀ ਭਟਕੀ ਹੋਈ ਬੁੱਧੀ ਨੂੰ ਇਕਾਗਰ ਕਰ ਦੇਣਾ ਹੀ ਸੱਚੀ ਸੇਵਾ ਹੈ। ਚੰਗਾ, ਓਮ ਸ਼ਾਂਤੀ।